ਸੁਖਜੀਤ ਸਰਕਾਰੀ ਅਧਿਆਪਕਾ ਸੀ। ਉਸ ਦਾ ਸਕੂਲ ਪਿੰਡ ਤੋਂ ਬਹੁਤ ਦੂਰ ਹੋਣ ਕਰਕੇ 2 ਬੱਸਾਂ ਬਦਲਣੀਆਂ ਪੈਂਦੀਆਂ ਸਨ। ਆਮ ਤੌਰ 'ਤੇ ਰੋਜ਼ ਬੱਸ ਵਿੱਚ ਸਫ਼ਰ ਕਰਨ ਵਾਲਿਆਂ ਦੀ ਨਾਲ ਦੀਆਂ ਆਪਣੇ ਵਰਗੀਆਂ ਹੋਰ ਮੁਲਾਜ਼ਮ ਸਵਾਰੀਆਂ ਨਾਲ ਜਾਣ ਪਛਾਣ ਹੋ ਹੀ ਜਾਂਦੀ ਆ। ਦਰਅਸਲ ਡਿਊਟੀ ਵਾਲਿਆਂ ਦੀਆਂ ਬੱਸਾਂ ਦੇ ਸਮੇਂ ਅਤੇ ਰੂਟ ਕਰਕੇ ਅਕਸਰ ਸਵੇਰ ਨੂੰ ਡਿਊਟੀ ਜਾਣ ਸਮੇਂ ਇੱਕ ਦੂਜੇ ਨਾਲ ਪਹਿਲਾਂ ਚੁੱਪ ਵਾਲੀ ਤੱਕਣੀ ਨਾਲ ਤੇ ਜੇ ਸਵਾਰੀ ਲਗਾਤਾਰ ਆਉਣ ਜਾਣ ਲੱਗ ਪਏ ਤਾਂ ਮਾੜੀ ਮੋਟੀ ਹਾਂ ਹੂੰ ਦੇ ਹੁੰਗਾਰੇ ਤੋਂ ਬਾਅਦ ਜਾਣ ਪਛਾਣ ਵਾਲੀ ਮੁਲਾਕਾਤ ਕਦ ਹੌਲੀ ਹੌਲੀ ਆਪਣੱਤ ਵਿੱਚ ਤਬਦੀਲ ਹੋ ਜਾਂਦੀ ਆ, ਪਤਾ ਹੀ ਨਹੀਂ ਲੱਗਦਾ। ਇਉਂ ਹੀ ਸੁਖਜੀਤ ਨਾਲ ਬੱਸ ਵਿੱਚ ਸਫ਼ਰ ਕਰਦਿਆਂ ਕਈ ਪਿੱਛੋਂ ਚੜ੍ਹੀਆਂ ਸਵਾਰੀਆਂ ਨਾਲ ਉਸਨੇ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ ਭੈਣ ਜੀ ਜਾਂ ਵੀਰ ਜੀ ਦੀ ਸਾਂਝ ਪਾ ਕੇ ਬੈਠ ਜਾਣਾ ਤੇ ਕਈ ਉਸ ਤੋਂ ਬਾਅਦ ਵਿੱਚ ਚੜ੍ਹਨ ਵਾਲੀਆਂ ਸਵਾਰੀਆਂ ਨਾਲ ਇਉਂ ਸਤਿ ਸ੍ਰੀ ਅਕਾਲ ਦੀ ਸਾਂਝ ਪਾ ਕੇ ਮੁਸਕਰਾ ਦੇਣਾ। ਕਈ ਵਾਰ ਸਰਕਾਰੀ ਛੁੱਟੀਆਂ, ਇਨਕਰੀਮੈਂਟ, ਭੱਤਿਆਂ ਜਾਂ ਬਜਟ ਵਿੱਚ ਮੁਲਾਜ਼ਮਾਂ ਨੂੰ ਦਿੱਤੇ ਫਾਇਦੇ ਜਾਂ ਨੁਕਸਾਨ ਬਾਰੇ ਰੋਜ਼ ਦੀਆਂ ਮੁਲਾਜ਼ਮ ਸਵਾਰੀਆਂ ਦੀ ਆਪਸ ਵਿੱਚ ਖੂਬ ਵਿਚਾਰ ਚਰਚਾ ਹੁੰਦੀ ਤੇ ਆਮ ਲੋਕ ਉਹਨਾਂ ਦੀਆਂ ਗੱਲਾਂ ਸੁਣ ਕੇ ਲੁਤਫ ਉਠਾਉਂਦੇ ਹੋਏ ਆਪਣੇ ਸਫ਼ਰ ਦਾ ਸੋਹਣਾ ਆਨੰਦ ਮਾਣਦੇ। ਪਿਛਲੇ ਕੁਝ ਦਿਨਾਂ ਤੋਂ ਬੱਸ ਵਿੱਚ ਰੋਜ਼ਾਨਾ ਸਫ਼ਰ ਕਰਨ ਵਾਲੀ ਇੱਕ ਸਵਾਰੀ ਅਧਖੜ ਉਮਰ ਦੀ ਔਰਤ ਸੀ ਜੋ ਪਿੱਛੋਂ ਹੀ ਆਉਂਦੀ ਸੀ। ਉਹ ਵੀ ਸਰਕਾਰੀ ਮੁਲਾਜ਼ਮ ਹੀ ਲੱਗਦੀ ਸੀ। ਇੱਕ ਦਿਨ ਅਚਾਨਕ ਸੁਖਜੀਤ ਦੇ ਨਾਲ ਵਾਲੀ ਸੀਟ ਖਾਲੀ ਹੋਣ ਕਰਕੇ ਉਹ ਉਸ ਨਾਲ ਹੀ ਬੈਠ ਗਈ। ਸੁਖਜੀਤ ਨੇ ਪੁੱਛਿਆ, ਤੁਸੀਂ ਨੌਕਰੀ ਕਰਦੇ ਹੋ? ਹਾਂਜੀ। ਸਰਕਾਰੀ? ਹਾਂਜੀ। ਕਿਹੜੀ? SS ਮਿਸਟਰਸ। ਕਿੱਥੇ? ਆਹੀ ਜਿਹੜੇ ਪਿੰਡ ਇਹ ਬੱਸ ਅਖੀਰ ਵਿੱਚ ਰੁਕਦੀ ਆ। ਬਦਲੀ ਹੋ ਕੇ ਇੱਥੇ ਆਈ ਆ। ਅੱਛਾ, ਤੁਹਾਡੇ ਪਤੀ ਵੀ ਸਰਕਾਰੀ ਨੌਕਰੀ ਕਰਦੇ ਨੇ? ਮੈਂ ਵਿਧਵਾ ਹਾਂ। ਇੰਨੀ ਹੀ ਗੱਲ ਹੋਈ ਸੀ ਕਿ ਉਸ ਦੇ ਉਤਰਨ ਵਾਲਾ ਅੱਡਾ ਆ ਗਿਆ। ਉਸ ਦੇ ਹੱਥ ਵਿੱਚ ਇੱਕ ਡਾਇਰੀ ਫੜੀ ਹੋਈ ਸੀ ਜਿਸ ਉੱਪਰ ਉਸ ਦਾ ਨਾਂ ਸੁਰਿੰਦਰ ਲਿਖਿਆ ਹੋਇਆ ਸੀ। ਸੁਖਜੀਤ ਉਸ ਦੇ ਜਵਾਬ 'ਤੇ ਹੈਰਾਨ ਸੀ ਕਿ ਉਸਨੇ ਆਪਣੇ ਆਪ ਨੂੰ ਵਿਧਵਾ ਕਹਿਣ ਲੱਗੇ ਨਾ ਤਾਂ ਕੋਈ ਦੇਰ ਲਾਈ ਸੀ ਤੇ ਨਾ ਹੀ ਦੁਖੀ ਮਨ ਨਾਲ ਆਖਿਆ ਸੀ। ਉਸ ਦੇ ਚਿਹਰੇ 'ਤੇ ਕੀਤੇ ਮੇਕਅਪ ਤੋਂ ਵੀ ਉਹ ਵਿਧਵਾ ਨਹੀਂ ਲੱਗ ਰਹੀ ਸੀ। ਇਸੇ ਤਰ੍ਹਾਂ ਇੱਕੋ ਬੱਸ ਵਿੱਚ ਰੋਜ਼ਾਨਾ ਆਉਣਾ ਤੇ ਇੱਕ ਦੂਜੇ ਨੂੰ ਹੱਸ ਕੇ ਸਿਰ ਝੁਕਾ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਸਫ਼ਰ ਕਰਨਾ ਹੀ ਇਹਨਾਂ ਦਾ ਰੋਜ਼ ਦਾ ਨੇਮ ਬਣ ਗਿਆ ਸੀ। ਇੱਕ ਦਿਨ ਸੁਖਜੀਤ ਆਪਣੇ ਪਤੀ ਨਾਲ ਨੇੜਲੇ ਸ਼ਹਿਰ ਗਈ। ਕੋਈ ਤਿਉਹਾਰ ਹੋਣ ਕਰਕੇ ਬਾਜ਼ਾਰ ਵਿੱਚ ਬਹੁਤ ਰੌਣਕ ਸੀ। ਸੁਖਜੀਤ ਆਪਣੇ ਘਰ ਲਈ ਸਮਾਨ ਦੀ ਖਰੀਦੋ ਫਰੋਖਤ ਕਰ ਰਹੀ ਸੀ ਕਿ ਦੂਰ ਸੜਕ ਕਿਨਾਰੇ ਇੱਕ ਕਾਰ ਵਿੱਚੋਂ ਸੁਰਿੰਦਰ ਤੇ ਉਸ ਦਾ ਹਮ ਉਮਰ ਬੰਦਾ ਉਤਰ ਕੇ ਖਰੀਦੋ ਫਰੋਖਤ ਕਰਨ ਲੱਗੇ। ਸੁਖਜੀਤ ਆਪਣੇ ਪਤੀ ਅਤੇ ਬੱਚਿਆਂ ਨਾਲ ਤੇ ਥੋੜ੍ਹਾ ਦੂਰ ਹੋਣ ਕਰਕੇ ਉਸ ਕੋਲ ਜਾ ਕੇ ਉਸ ਨੂੰ ਮਿਲ ਤਾਂ ਨਾ ਸਕੀ, ਪਰ ਉਹਨਾਂ ਦਾ ਆਪਸ ਵਿੱਚ ਗੱਲਬਾਤ ਕਰਨ ਦਾ ਤਰੀਕਾ ਤੇ ਹੋਰ ਵਰਤਾਰਾ ਪਤੀ ਪਤਨੀ ਵਾਂਗ ਹੀ ਲੱਗਦਾ ਸੀ। ਸੁਖਜੀਤ ਨੂੰ ਪਤਾ ਸੀ ਕਿ ਉਹ ਵਿਧਵਾ ਤਾਂ ਹੈ, ਪਰ ਫਿਰ ਆਪ ਹੀ ਸੋਚਦੀ ਕਿ ਕੀ ਪਤਾ ਉਸ ਦਾ ਭਰਾ ਹੋਵੇ ਜਾਂ ਕੋਈ ਹੋਰ। ਉਸਦੇ ਇਹ ਸੋਚਦੀ ਉਹ ਬਾਜ਼ਾਰ ਦੇ ਦੂਜੇ ਪਾਸੇ ਨੂੰ ਨਿਕਲ ਗਈ ਜਿੱਧਰ ਬਹੁਤ ਭੀੜ ਸੀ ਤੇ ਫਿਰ ਦਿਸਣੋਂ ਹਟ ਗਈ। ਜਦੋਂ ਤੋਂ ਸੁਰਿੰਦਰ ਬਦਲੀ ਹੋ ਕੇ ਆਈ ਸੀ ਇਹਨਾਂ ਨੂੰ ਬੱਸ ਵਿੱਚ ਇਕੱਠੀਆਂ ਸਫ਼ਰ ਕਰਦਿਆਂ 2 ਵਰ੍ਹੇ ਬੀਤ ਗਏ ਸਨ, ਪਰ ਸਫ਼ਰ ਵਿੱਚ ਮੁੜ ਕੇ ਕਦੇ ਇੱਕ ਸੀਟ 'ਤੇ ਬੈਠਣ ਦਾ ਮੌਕਾ ਨਾ ਮਿਲਣ ਕਾਰਨ ਬਸ ਉਨੀ ਮੁਲਾਕਾਤ ਜਿੰਨਾ ਹੀ ਜਾਣਦੀਆਂ ਸਨ। ਇੱਕ ਦਿਨ ਸੁਖਜੀਤ ਦੇ ਪਤੀ ਨੇ ਉਸਨੂੰ ਇੱਕ ਦਿਨ ਦੀ ਛੁੱਟੀ ਕਰਨ ਲਈ ਆਖਿਆ ਕਿਉਂਕਿ ਉਸਦੇ ਦਫ਼ਤਰ ਦੇ ਕਿਸੇ ਦੋਸਤ ਦੇ ਘਰ ਪਾਠ ਦੇ ਭੋਗ 'ਤੇ ਜਾਣਾ ਸੀ। ਉਸ ਦਾ ਪੁੱਤਰ ਵਿਦੇਸ਼ ਜਾ ਰਿਹਾ ਸੀ। ਇਸ ਖੁਸ਼ੀ ਵਿੱਚ ਉਹਨਾਂ ਨੇ ਪਾਠ ਰਖਵਾਇਆ ਹੋਇਆ ਸੀ। ਅਸਲ ਵਿੱਚ ਸੁਖਜੀਤ ਦਾ ਪਤੀ ਵੀ ਸਰਕਾਰੀ ਅਫਸਰ ਸੀ। ਸੁਖਜੀਤ ਨੇ ਸਕੂਲੋਂ ਛੁੱਟੀ ਕਰ ਲਈ ਤੇ ਆਪਣੇ ਬੱਚਿਆਂ ਤੇ ਪਤੀ ਨਾਲ ਉਸਦੇ ਦੋਸਤ ਦੇ ਘਰ ਪਾਠ ਦੇ ਭੋਗ 'ਤੇ ਪਹੁੰਚ ਗਈ। ਮੇਜ਼ਬਾਨ ਸਾਹਮਣੇ ਹੀ ਮਹਿਮਾਨਾਂ ਦਾ ਸਵਾਗਤ ਕਰਨ ਲਈ ਖੜਾ ਸੀ। ਸੁਖਜੀਤ ਹੋਰੀ ਮੱਥਾ ਟੇਕ ਕੇ ਬੈਠ ਗਏ। ਅਰਦਾਸ ਸਮੇਂ ਉਹ ਦੇਖ ਕੇ ਦੰਗ ਰਹਿ ਗਈ ਜਦੋਂ ਉਸਦੇ ਪਤੀ ਦੇ ਦੋਸਤ ਨਾਲ ਤਾਂ ਸੁਰਿੰਦਰ ਤੇ ਉਸ ਦਾ ਬੇਟਾ ਖੜੇ ਸਨ। ਭੋਗ ਤੋਂ ਬਾਅਦ ਸੁਰਿੰਦਰ ਤੇ ਸੁਖਜੀਤ ਦੇ ਪਤੀ ਦਾ ਦੋਸਤ ਮਹਿਮਾਨਾਂ ਨੂੰ ਖਾਣਾ ਖਾਣ ਲਈ ਬੇਨਤੀ ਤੇ ਮਹਿਮਾਨ ਨਵਾਜ਼ੀ ਕਰਨ ਲੱਗੇ। ਸੁਖਜੀਤ ਨੂੰ ਦੇਖਦੇ ਸਾਰ ਸੁਰਿੰਦਰ ਬਹੁਤ ਖੁਸ਼ ਹੋ ਕੇ ਮਿਲੀ। ਉਸਨੇ ਆਪਣੇ ਬੇਟੇ ਤੇ ਬੇਟੀ ਨੂੰ ਵੀ ਉਹਨਾਂ ਨਾਲ ਮਿਲਾਇਆ, ਪਰ ਬੱਸ ਵਾਲੀ ਮੁਲਾਕਾਤ ਵਾਲਾ ਸੁਰਿੰਦਰ ਦਾ ਆਖਰੀ ਜਵਾਬ ਸੁਖਜੀਤ ਦੇ ਦਿਮਾਗ ਵਿੱਚ ਗੂੰਜਦਾ ਰਿਹਾ। ਉਹ ਸੋਚਣ ਲੱਗੀ ਹੋ ਸਕਦਾ ਮੈਂ ਗਲਤ ਸੁਣਿਆ ਹੋਵੇ, ਪਰ ਨਹੀਂ, ਸੁਣਨ ਵਿੱਚ ਇੰਨੀ ਵੱਡੀ ਗਲਤੀ ਨਹੀਂ ਹੋ ਸਕਦੀ। ਸੁਖਜੀਤ ਨੇ ਘਰ ਆ ਕੇ ਆਪਣੇ ਪਤੀ ਨੂੰ ਇੰਨਾ ਹੀ ਪੁੱਛਿਆ, ਇਹ ਤੁਹਾਡੇ ਦੋਸਤ ਦੀ ਪਹਿਲੀ ਪਤਨੀ ਹੈ ਕਿ ਦੂਜੀ? ਉਸਦੇ ਪਤੀ ਨੇ ਹੱਸ ਕੇ ਜਵਾਬ ਦਿੱਤਾ, ਤੈਨੂੰ ਕੋਈ ਸੁਪਨਾ ਆਇਆ? ਇਹਨਾਂ ਦੇ ਵਿਆਹ ਨੂੰ ਪੂਰੇ 22 ਵਰ੍ਹੇ ਹੋ ਗਏ ਨੇ। ਆਪਣੇ ਵਿਆਹ ਤੋਂ 2 ਸਾਲ ਪਹਿਲਾਂ ਹੋਇਆ ਸੀ। ਮੈਂ ਤਾਂ ਦਫ਼ਤਰ ਦੇ ਸਟਾਫ ਨਾਲ ਬਰਾਤ ਵੀ ਗਿਆ ਸੀ। ਸੁਖਜੀਤ ਤਾਂ ਇਸ ਤੋਂ ਅੱਗੇ ਕੁਝ ਹੋਰ ਪੁੱਛਣ ਦਾ ਹੀਆ ਨਾ ਪਿਆ। ਪਹਿਲਾਂ ਦੀ ਤਰ੍ਹਾਂ ਉਹ ਦੋਵੇਂ ਰੋਜ਼ ਬੱਸ ਵਿੱਚ ਇੱਕ ਦੂਜੇ ਨੂੰ ਮਿਲਦੀਆਂ, ਪਰ ਹੁਣ ਥੋੜ੍ਹਾ ਜਿਹਾ ਆਪਣੱਤ ਨਾਲ ਮਿਲਦੀਆਂ। ਸੁਖਜੀਤ ਉਸਦੇ ਵਿਧਵਾ ਵਾਲੇ ਜਵਾਬ ਤੋਂ ਬਹੁਤ ਪਰੇਸ਼ਾਨ ਰਹਿੰਦੀ। ਇੱਕ ਦਿਨ ਸੁਖਜੀਤ ਨੇ ਆਪਣੇ ਪਤੀ ਨੂੰ ਸੁਰਿੰਦਰ ਨਾਲ ਸਕੂਲ ਨਾਲ ਸੰਬੰਧਿਤ ਕੋਈ ਕੰਮ ਆ ਕੇ ਉਸਦੇ ਘਰ ਲਿਜਾਣ ਲਈ ਕਿਹਾ। ਸੁਖਜੀਤ ਆਪਣੇ ਪਤੀ ਨਾਲ ਉਸਦੇ ਘਰ ਗਈ ਤਾਂ ਉਹਨਾਂ ਦੋਵਾਂ ਦੇ ਪਤੀ ਡਰਾਇੰਗ ਰੂਮ ਵਿੱਚ ਬੈਠ ਕੇ ਗੱਲਾਂ ਬਾਤਾਂ ਕਰਨ ਲੱਗੇ।
ਤੇ ਇਹ ਦੋਵੇਂ ਹੋਰ ਕਮਰੇ ਵਿੱਚ ਬੈਠ ਗਈਆਂ। ਇਸ ਤੋਂ ਪਹਿਲਾਂ ਕਿ ਸੁਖਜੀਤ ਸੁਰਿੰਦਰ ਨੂੰ ਕੋਈ ਪ੍ਰਸ਼ਨ ਪੁੱਛਦੀ, ਉਸਨੇ ਪਹਿਲਾਂ ਹੀ ਆਖ ਦਿੱਤਾ, ਸੁਖਜੀਤ, ਤੁਹਾਡੇ ਮਨ ਵਿੱਚ ਮੇਰੇ ਵਿਧਵਾ ਵਾਲਾ ਸਵਾਲ ਉੱਠ ਰਿਹਾ ਹੋਵੇਗਾ। ਸੁਖਜੀਤ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਉਸ ਤੋਂ ਵਾਜਬ ਜਵਾਬ ਦੀ ਆਸ ਕੀਤੀ। ਸੁਰਿੰਦਰ ਨੇ ਆਖਿਆ, ਸੁਖਜੀਤ, ਕਈ ਵਾਰੀ ਜਦ ਜ਼ਿੰਦਗੀ ਸਮਝੌਤੇ ਕਰਕੇ ਕੱਟਣੀ ਪਵੇ ਤਾਂ ਉਹ ਜ਼ਿੰਦਗੀ ਨੂੰ ਫਿਰ ਆਪਾਂ ਆਪਣੇ ਨਜ਼ਰੀਏ ਨਾਲ ਹੀ ਕੱਟਦੇ ਹਾਂ, ਨਾ ਕਿ ਦੁਨੀਆ ਦੇ ਹਿਸਾਬ ਨਾਲ। ਮੈਂ ਸਮਝੀ ਨਹੀਂ ਸੁਰਿੰਦਰ, ਸੁਖਜੀਤ ਨੇ ਪੁੱਛਿਆ। ਦੇਖ, ਹੁਣ ਤੇਰੇ ਤੋਂ ਕੀ ਲੁਕੋ। ਇਹਨਾਂ ਦੀ ਆਦਤ ਸੀ ਕਿ ਇਹ ਬਹੁਤ ਜਲਦੀ ਹੋਰ ਔਰਤਾਂ ਦੇ ਜਾਲ ਵਿੱਚ ਫਸ ਜਾਂਦੇ ਸਨ। ਕਦੇ ਕਿਸੇ ਦਾ ਫੋਨ, ਕਦੇ ਕਿਸੇ ਦੀ ਫੋਟੋ, ਕਦੇ ਕਿਸੇ ਨਾਲ ਗੱਲ ਕਰਦੇ ਫੜੇ ਜਾਣਾ। ਜੇ ਮੈਂ ਵਿਰੋਧ ਕਰਨਾ, ਘਰ ਵਿੱਚ ਕਲੇਸ਼, ਕੁੱਟ-ਕੁਟਾਪਾ, ਬੱਚਿਆਂ ਨੇ ਘਬਰਾਏ ਰਹਿਣਾ, ਉਹਨਾਂ ਦੀ ਪੜ੍ਹਾਈ 'ਤੇ ਅਸਰ ਪੈਂਦਾ, ਸਾਡੀ ਸਮਾਜਿਕ ਦਾਇਰੇ ਵਿੱਚ ਬਦਨਾਮੀ ਹੁੰਦੀ। ਤੁਸੀਂ ਤਲਾਕ ਲੈ ਲੈਂਦੇ, ਫਿਰ ਬੱਚੇ ਵੰਡੇ ਜਾਂਦੇ, ਬੱਚਿਆਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ, ਫਿਰ ਹੋਰ ਬਹੁਤ ਕੁਝ ਹੁੰਦਾ। ਇਸ ਲਈ ਮੈਂ ਮਨੋਂ ਇਸ ਨੂੰ ਤਲਾਕ ਦੇ ਦਿੱਤਾ ਤੇ ਅਣਜਾਣ ਲੋਕਾਂ ਵਿੱਚ ਆਪਣੇ ਆਪ ਨੂੰ ਵਿਧਵਾ ਦੱਸ ਕੇ ਮੈਨੂੰ ਤਸੱਲੀ ਮਿਲਦੀ। ਮੇਰਾ ਧਿਆਨ ਪਰਾਈਆਂ ਔਰਤਾਂ ਵੱਲ ਜਾਣ ਦੀ ਬਜਾਏ ਆਪਣੇ ਘਰ ਦੀ ਸਾਂਭ ਸੰਭਾਲ 'ਤੇ ਲੱਗਣ ਲੱਗਾ। ਮੇਰੀ ਸੋਚ ਵਿੱਚ ਮੈਂ ਤੇ ਮੇਰੇ ਬੱਚੇ ਰਹਿੰਦੇ। ਮੈਂ ਆਪਣੇ ਬੱਚਿਆਂ ਨਾਲ ਤੇ ਆਪਣੇ ਆਪ ਵਿੱਚ ਖੁਸ਼ ਰਹਿੰਦੀ। ਇਸ ਨਾਲ ਮੈਨੂੰ ਕੋਈ ਮਤਲਬ ਨਾ ਰਿਹਾ ਕਿ ਇਹ ਕਿੱਥੇ ਜਾਂਦਾ, ਕਿੱਥੇ ਰਹਿੰਦਾ। ਇਹਨਾਂ ਨਾਲ ਮੈਂ ਸਿਰਫ ਦੁਨਿਆਵੀ ਰਿਸ਼ਤਾ ਨਿਭਾਉਂਦੀ ਹਾਂ। ਪਰ ਇਸ ਦੀਆਂ ਬੇਵਫਾਈਆਂ ਕਾਰਨ ਇਸ ਨਾਲ ਮੇਰੇ ਅੰਦਰਲੇ ਮੋਹ ਦੀ ਤੰਦ ਟੁੱਟ ਚੁੱਕੀ ਸੀ। ਤੁਹਾਡੇ ਇਸ ਬਾਰੇ ਕੀ ਵਿਚਾਰ ਹਨ? ਕੀ ਉਸ ਦਾ ਇਹ ਕਹਿਣਾ ਜਾਇਜ਼ ਸੀ? ਕਹਾਣੀ ਚੰਗੀ ਲੱਗੀ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਸੁਣਨ ਲਈ ਧੰਨਵਾਦ।